Good morning, students. Hanji beta, today we are going to discuss the important terms of the chapter 1, resources and development. But you know this one chapter already we have done in the last video. So today we will discuss about the important terms. Okay beta. First है जी abiotic resources. Abiotic resources बच्चे all the resources which are composed of non living things. ਜਿਹੜੇ ਵੀ non living things ਦੇ ਨਾਲ composed ਨੇ ਉਹ ਕੀ ਨੇ abiotic resources ਹੈ. For example land, water, soil and minerals. ਠੀਕ ਹੈ, ਇਹਨਾਂ ਦੀ ਐਗਜ਼ਾਮਪਲਸ ਹੈ ਬੇਟਾ. ਇਹਨਾਂ ਦੇ ਵਿੱਚ ਜਾਨ ਨਹੀਂ ਹੁੰਦੀ, ਇਹ non living things ਨੇ. ਨੈਕਸਟ ਹੈ afforestation. Afforestation means planting trees. ठीक है, more trees लगाना, that is afforestation. Biotic resources. Biotic resources are those which have life and are obtained from biosphere. ਇਹ ਉਹ resources ਹੈ ਬੱਚੇ ਜਿਨ੍ਹਾਂ ਦੇ ਵਿੱਚ ਲਾਈਫ ਹੁੰਦੀ ਹੈ ਔਰ ਇਹ ਬਾਇਓਸਫੀਅਰ ਤੋਂ obtain ਕੀਤੇ ਜਾਂਦੇ ਹੈ. ਠੀਕ ਹੈ, for example forests and their products, agriculture, crops, animals and birds, marine life. ਇਹ ਇਹਨਾਂ ਦੇ ਐਗਜ਼ਾਮਪਲਸ ਹੈ ਬੱਚੇ ਜਿਨ੍ਹਾਂ ਦੇ ਵਿੱਚ ਲਾਈਫ ਪੋਸੀਬਲ ਹੈ. ਠੀਕ ਹੈ, ਨੈਕਸਟ ਹੈ ਬੈਡ ਲੈਂਡ. ਬੈਡ ਲੈਂਡ ਕੀ ਹੈ ਬੱਚੇ? ਇਟ ਇਜ਼ ਅ ਲੈਂਡ ਵਿਚ ਇਜ਼ ਅਨਸੂਟੇਬਲ ਫॉर ਕਲਟੀਵੇਸ਼ਨ. ਉਹ ਜ਼ਮੀਨ ਹੁੰਦੀ ਹੈ ਬੱਚੇ ਜਿਹੜੀ ਕਿ ਸੋਇਲ ਇਰੋਜ਼ਨ ਦੇ ਕਰਕੇ ਇਹ ਫਰਟਾਈਲ ਲੈਂਡ ਜਿਹੜੀ ਹੁੰਦੀ ਹੈ ਉਹ ਹੌਲੀ ਹੌਲੀ ਅਨਫਰਟਾਈਲ ਲੈਂਡ ਦੇ ਵਿੱਚ ਚੇਂਜ ਹੋ ਜਾਂਦੀ ਹੈ, ਜਿਹਦੇ ਉੱਤੇ ਕਲਟੀਵੇਸ਼ਨ ਹੋਣਾ ਪੋਸੀਬਲ ਨਹੀਂ ਹੁੰਦੀ ਜਾਂ ਫਿਰ ਅੱਛੀ ਨਹੀਂ ਹੁੰਦੀ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਬੈਡ ਲੈਂਡ. ਨੈਕਸਟ ਹੈ ਕੰਜ਼ਰਵੇਸ਼ਨ. ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ ਮੀਨਸ ਜੁਡੀਸ਼ੀਅਸ ਐਂਡ ਪਲੈਨਡ ਯੂਜ਼ ਆਫ ਨੈਚੁਰਲ ਰਿਸੋਰਸਿਸ. ਮੀਨਸ ਕਿ ਨੈਚੁਰਲ ਰਿਸੋਰਸਿਸ ਨੂੰ ਇੱਕ ਅੱਛੀ ਪਲੈਨਿੰਗ ਦੇ ਅਕੋਰਡਿੰਗਲੀ, ਠੀਕ ਹੈ, ਅੱਛਾ ਪਲਾਨ ਬਣਾ ਕੇ ਔਰ ਅੱਛੀ ਸੋਚ ਸਮਝ ਦੇ ਨਾਲ ਉਸਦੀ ਵਰਤੋਂ ਕਰਨਾ. ਠੀਕ ਹੈ, ਤਾਂ ਕਿ ਇਹ ਜਿਹੜੇ ਰਿਸੋਰਸਿਸ ਹੈ ਲੰਬੇ ਸਮੇਂ ਤੱਕ ਚੱਲ ਸਕਣ ਅਤੇ ਇਹ ਸਾਡੀ ਜਿਹੜੀ ਹੈ ਨਾਲ ਨਾਲ ਸਾਡੀ ਡੇਲੀ ਰੂਟੀਨ ਦੀ ਲਾਈਫ ਵੀ ਚੱਲਦੀ ਰਹੇ. ਠੀਕ ਹੈ, ਇੱਦਾਂ ਨਹੀਂ ਕਿ ਅਸੀਂ ਯੂਜ਼ ਹੀ ਨਾ ਕਰੀਏ ਤਾਂ ਫਿਰ ਸਾਡੀ ਲਾਈਫ ਨਹੀਂ ਚੱਲ ਸਕਦੀ. ਠੀਕ ਹੈ, ਯੂਜ਼ ਸਾਨੂੰ ਕਰਨੇ ਪੈਂਦੇ ਆ ਲੇਕਿਨ ਅਸੀਂ ਉਹਨਾਂ ਨੂੰ ਇੱਕ ਅੱਛੀ ਪਲੈਨਿੰਗ ਦੇ ਤਹਿਤ ਯੂਜ਼ ਕਰੀਏ. ਦੈਟ ਇਜ਼ ਕੰਜ਼ਰਵੇਸ਼ਨ. fallow land. It is a cultivable land which is uncropped or partially cropped for one or more seasons so that it can regain its fertility. Means ਕਿ ਕੋਈ ਵੀ ਲੈਂਡ ਜਿਹੜੀ ਕਲਟੀਵੇਸ਼ਨ ਦੇ ਯੋਗਤਾ ਹੈ ਲੇਕਿਨ ਅਸੀਂ ਉਹਨੂੰ ਕੁਝ ਸਮੇਂ ਦੇ ਲਈ ਖਾਲੀ ਛੱਡ ਦਿੰਦੇ ਹਾਂ, ਉਸਦੇ ਵਿੱਚ ਉੱਪਰ ਕੋਈ ਵੀ ਫਸਲ ਨਹੀਂ ਗਰੋ ਕਰਦੇ. ਠੀਕ ਹੈ, ਤਾਂ ਕਿ ਜਿਹੜੀ ਉਸਦੀ ਫਰਟੀਲਿਟੀ ਹੈ ਹੋਰ ਜ਼ਿਆਦਾ ਵੱਧ ਸਕੇ. ਖਾਲੀ ਪਈ ਜ਼ਮੀਨ ਰਾਜੇ ਆਟੋਮੈਟਿਕਲੀ ਜਿਹੜੀ ਹੈ ਫਰਟੀਲਿਟੀ ਰੀਗੇਨ ਕਰ ਲੈਂਦੀ ਹੈ. ਠੀਕ ਹੈ, ਤਾਂ ਇਸ ਕਰਕੇ ਅਸੀਂ ਉਸਨੂੰ ਖਾਲੀ ਛੱਡ ਦਿੰਦੇ ਹਾਂ. ਇੱਦਾਂ ਦੀ ਲੈਂਡ ਨੂੰ ਅਸੀਂ ਕੀ ਕਹਿੰਦੇ ਹਾਂ? ਫੈਲੋ ਲੈਂਡ. ਗੁਲੀ ਇਰੋਜ਼ਨ. ਗੁਲੀ ਇਰੋਜ਼ਨ ਟੇਕਸ ਪਲੇਸ ਵੈਨ ਰਨਿੰਗ ਵਾਟਰ ਕਟਸ ਡੀਪ ਰੇਵਾਈਨਸ ਇਨ ਦਾ ਐਬਸੈਂਸ ਆਫ ਵੈਜੀਟੇਸ਼ਨ. ਜਦੋਂ ਬੱਚੇ ਕਿਸੇ ਏਰੀਏ ਦੇ ਵਿੱਚ ਜਾਂ ਕਿਸੇ ਜ਼ਮੀਨ ਦੇ ਉੱਪਰ ਵੈਜੀਟੇਸ਼ਨ ਨਹੀਂ ਲਗਾਈ ਜਾਂਦੀ, ਖਾਲੀ ਪਈ ਹੋਵੇ, ਤਾਂ ਉਹ ਕੀ ਹੋ ਜਾਂਦਾ? ਉੱਥੇ ਬਹੁਤ ਜ਼ਿਆਦਾ ਜਿਹੜਾ ਰਨਿੰਗ ਵਾਟਰ ਜੇ ਸਪੀਡ ਨਾਲ ਵਾਟਰ ਚੱਲਦਾ ਹੈ, ਚਾਹੇ ਉਹ ਰੇਨ ਕਰਕੇ ਹੈ ਜਾਂ ਫਿਰ ਕੋਈ ਫਲੱਡਸ ਵਗੈਰਾ ਆ ਗਿਆ, ਤਾਂ ਉਸ ਦੇ ਨਾਲ ਕੀ ਹੁੰਦਾ? ਉਹ ਉਸਦੇ ਵਿੱਚ ਇੱਕ ਡੂੰਘੀਆਂ ਖਾਈਆਂ ਜਿਹੀਆਂ ਪੈ ਜਾਂਦੀਆਂ ਜ਼ਮੀਨ ਦੇ ਵਿੱਚ. ਠੀਕ ਹੈ, ਜਿਹਦੇ ਕਰਕੇ ਫਿਰ ਅਸੀਂ ਉਸਨੂੰ ਉਸਦੇ ਉੱਪਰ ਕਲਟੀਵੇਸ਼ਨ ਨਹੀਂ ਕਰ ਸਕਦੇ, ਫਿਰ ਉਹ ਕਲਟੀਵੇਸ਼ਨ ਦੇ ਯੋਗ ਨਹੀਂ ਰਹਿੰਦੀ. ਠੀਕ ਹੈ, ਦੈਟ ਇਜ਼ ਕਾਲਡ ਗੁਲੀ ਇਰੋਜ਼ਨ. ਲੈਂਡ ਡੀਗ੍ਰੇਡੇਸ਼ਨ. ਲੈਂਡ ਡੀਗ੍ਰੇਡੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਜਿਹੜੀ ਲੈਂਡ ਹੈ ਹੌਲੀ ਹੌਲੀ ਉਸਦੀ ਫਰਟੀਲਿਟੀ ਮਤਲਬ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ. ਠੀਕ ਹੈ, ਇਹ ਇੱਕ ਪ੍ਰੋਸੈਸ ਹੈ ਜਿਸ ਦੇ ਅਕੋਰਡਿੰਗਲੀ ਲੈਂਡ ਪ੍ਰੈਜ਼ੈਂਟਲੀ ਔਰ ਇਨ ਫਿਊਚਰ, ਠੀਕ ਹੈ, ਇਸ ਦੀ ਜਿਹੜੀ ਫਰਟੀਲਿਟੀ ਹੈ ਇੰਨੀ ਘੱਟ ਹੋ ਜਾਂਦੀ ਹੈ ਕਿ ਉਹ ਅਸੀਂ ਉਸਦੇ ਉੱਪਰ ਕਲਟੀਵੇਸ਼ਨ ਨਹੀਂ ਕਰ ਸਕਦੇ. ਠੀਕ ਹੈ, ਦੈਟ ਇਜ਼ ਲੈਂਡ ਡੀਗ੍ਰੇਡੇਸ਼ਨ. ਰਿਨਿਊਏਬਲ ਰਿਸੋਰਸਿਸ. These are the resources which can be renewed or reproduced by physical, mechanical or chemical processes in a given period of time. Solar energy, forest, agriculture products etc. are some of the examples. Means ਇਹ ਉਹ resources ਹੈ ਜਿਹੜੇ ਕਿ ਅਸੀਂ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਦੁਬਾਰਾ ਪੈਦਾ ਕਰ ਸਕਦੇ ਹਾਂ. ਠੀਕ ਹੈ, ਜਿਨ੍ਹਾਂ ਦੀ ਅਸੀਂ ਅੱਛੀ ਯੂਜ਼ ਕਰ ਸਕਦੇ ਹਾਂ ਲੇਕਿਨ ਨਾਲ ਨਾਲ ਉਹ ਦੁਬਾਰਾ ਰੀਨਿਊ ਵੀ ਹੋ ਸਕਦੀ ਹੈ, ਜਿਵੇਂ ਕਿ ਸੋਲਰ ਐਨਰਜੀ ਹੈ, ਫੋਰੈਸਟ ਐਗਰੀਕਲਚਰ ਪ੍ਰੋਡਕਟਸ ਹੈ. ਠੀਕ ਹੈ, ਤਾਂ ਇਹ ਸਾਰੇ ਇੱਦਾਂ ਦੇ ਰਿਸੋਰਸ ਹੈ ਜਿਹੜੇ ਰੀਨਿਊਏਬਲ ਹੈ. ਮੈਨ ਮੇਡ ਰਿਸੋਰਸਿਸ. Man made resources which these are those resources which are created by human beings with the help of machines. ਜਿਹੜੇ ਅਸੀਂ ਬੱਚੇ ਖੁਦ ਬਣਾਉਂਦੇ ਹਾਂ ਜਿਹੜੀਆਂ ਚੀਜ਼ਾਂ, ਜਿਵੇਂ ਸਾਡੇ ਹਾਊਸਿਸ ਹੈ, ਠੀਕ ਹੈ, ਹੋਰ ਵੀ ਸਾਡੇ ਘਰ ਦੇ ਵਿੱਚ ਕਿੰਨੀਆਂ ਚੀਜ਼ਾਂ, ਇਹ ਸਾਰੇ ਰਿਸੋਰਸਿਸ ਕੀ ਹੈ? ਸਾਡੇ ਮੈਨ ਮੇਡ ਰਿਸੋਰਸਿਸ ਹੈ ਜਿਹੜੇ ਅਸੀਂ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰਕੇ ਅੱਗੇ ਉਸ ਤੋਂ ਪ੍ਰੋਡਕਟ ਖੁਦ ਬਣਾ ਲੈਂਦੇ ਹਾਂ. ਠੀਕ ਹੈ, ਨੈਕਸਟ ਹੈ ਨੈਚੁਰਲ ਰਿਸੋਰਸਿਸ.
Natural endowments is in the form of land, water, vegetation and minerals are ਨੈਚੁਰਲ ਰਿਸੋਰਸਿਸ। ਬੱਚੇ ਤੁਹਾਨੂੰ ਪਤਾ ਹੈ ਕਿ ਜਿਹੜੇ ਰਿਸੋਰਸਿਸ ਸਾਨੂੰ ਆਟੋਮੈਟਿਕਲੀ ਨੇਚਰ ਦੁਆਰਾ ਫ੍ਰੀ ਆਫ ਕਾਸਟ ਮਿਲੇ ਹੋਈ ਹੈ, ਠੀਕ ਹੈ, ਭੇਟਾ ਦੇ ਰੂਪ ਵਿੱਚ ਸਾਨੂੰ ਨੇਚਰ ਨੇ ਹੀ ਦਿੱਤੇ ਹੈ, ਨੈਚੁਰਲੀ ਸਾਨੂੰ ਮਿਲ ਰਹੇ ਹੈ। ਉਹ ਕੀ ਨੇ? ਨੈਚੁਰਲ ਰਿਸੋਰਸਿਸ ਹੈ, ਜਿਵੇਂ ਲੈਂਡ, ਵਾਟਰ, ਹੈ ਨਾ, ਔਰ ਫੋਰੈਸਟਸ ਐਟਸੈਕਟਰਾ, ਇਹ ਸਾਰੇ ਕੀ ਨੇ? ਨੈਚੁਰਲ ਰਿਸੋਰਸਿਸ ਨੇ। ਨॉन रिन्यूएबल रिसोर्सेज, these are these are those resources which once used cannot be replenished। ਜਿਹੜੇ ਕਿ ਇਹ ਉਹ ਰਿਸੋਰਸਿਸ ਹੁੰਦੇ ਆ ਬੱਚੇ ਜਿਹੜੇ ਇੱਕ ਵਾਰੀ ਯੂਜ਼ ਕਰਨ ਤੋਂ ਬਾਅਦ ਖ਼ਤਮ ਹੋ ਜਾਂਦੇ ਆ, ਉਹਨਾਂ ਨੂੰ ਅਸੀਂ ਦੁਬਾਰਾ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਜਿਵੇਂ ਕਿ ਕੋਲ, ਪੈਟਰੋਲੀਅਮ, ਮਿਨਰਲਸ, ਆਇਰਨ ਔਰ, ਕਾਪਰ ਔਰ ਆਰ ਸਮ ਆਫ ਦਾ ਐਗਜ਼ਾਮਪਲਸ, ਠੀਕ ਹੈ। ਜਿਵੇਂ ਅਸੀਂ ਪੈਟਰੋਲੀਅਮ, ਜਿਵੇਂ ਸਾਡੇ ਵਹੀਕਲਸ ਦੇ ਵਿੱਚ ਪੈਟਰੋਲ ਪੈਂਦਾ, ਹੁਣ ਉਹ ਇੱਕ ਵਾਰ ਯੂਜ਼ ਹੋ ਗਿਆ, ਦੁਬਾਰਾ ਤਾਂ ਨਹੀਂ ਨਾ ਯੂਜ਼ ਹੋ ਸਕਦਾ, ਫਿਰ ਸਾਨੂੰ ਹੋਰ ਪਵਾਉਣਾ ਪੈਂਦਾ। ਇਸ ਤਰ੍ਹਾਂ ਕੋਲ ਹੈ, ਇਸੇ ਤਰ੍ਹਾਂ ਹੀ ਬਹੁਤ ਸਾਰੇ ਮਿਨਰਲਸ ਹੈ ਜਿਹੜੇ ਇੱਕ ਵਾਰ ਯੂਜ਼ ਹੋਣ ਤੋਂ ਬਾਅਦ ਦੁਬਾਰਾ ਯੂਜ਼ ਨਹੀਂ ਹੋ ਸਕਦੇ। ਔਰ ਦੂਸਰਾ, ਇਹਨਾਂ ਨੂੰ ਰੀਨਿਊ ਕਰਨ ਦੇ ਵਿੱਚ ਬਹੁਤ ਲੰਬਾ ਪ੍ਰੋਸੈਸ ਹੁੰਦਾ ਹੈ, ਬਹੁਤ ਜ਼ਿਆਦਾ ਟਾਈਮ ਲੱਗਦਾ ਹੈ, ਠੀਕ ਹੈ। ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਨॉन ਰਿन्यूएबल ਰਿਸੋਰਸਿਸ ਕਹਿੰਦੇ ਹਾਂ। ਨੈਕਸਟ ਹੈ ਜੀ ਰੇਵਾइंस, ਅ ਨੈਰੋ ਵੈਲੀ ਕ੍ਰੀਏਟਿਡ ਬਾਈ the action of running water with is this is a land which is unsuitable for cultivation due to soil erosion। ਰਿਵੈਂਸ ਕਿਹਨਾਂ ਨੂੰ ਕਹਿੰਦੇ ਆ ਬੱਚੇ? ਇੱਕ ਡੂੰਘੀ ਘਾਟੀ ਬਣ ਜਾਂਦੀ ਹੈ ਜਿੱਥੇ ਪਾਣੀ ਜਿਹੜਾ ਹੈਗਾ ਲਗਾਤਾਰ ਚੱਲਦਾ ਰਹਿੰਦਾ, ਤਾਂ ਉਸ ਦੇ ਨਾਲ ਕੀ ਹੁੰਦਾ ਹੈ? ਦੂਸਰਾ, ਜੇ ਪਾਣੀ ਦਾ ਸਪੀਡ ਬਹੁਤ ਜ਼ਿਆਦਾ ਹੈ ਤਾਂ ਜ਼ਮੀਨ ਦੇ ਵਿੱਚ ਡੂੰਘੀਆਂ ਖਾਈਆਂ ਬਣ ਜਾਂਦੀਆਂ, ਠੀਕ ਹੈ। ਇਹ ਇਸ ਤਰ੍ਹਾਂ ਦੀ ਜਿਹੜੀ ਲੈਂਡ ਹੈ ਉਹ ਫਿਰ ਕਲਟੀਵੇਸ਼ਨ ਦੇ ਵੀ ਯੋਗ ਨਹੀਂ ਰਹਿੰਦੀ। रिसोर्स प्लानिंग, इट इज़ अ टेक्निक और स्किल और प्रॉपर यूटिलाइजेशन ऑफ रिसोर्स प्लानिंग की है बच्चे? दिस इज़ वेरी सिंपल। कोई इदां दी टेक्नीक, इदां दी स्किल जिहड़ी कि रिसोर्सिस नूं असीं जिहड़े रिसोर्सिस असीं डेली यूज़ कर रहे हैं उन्हां नूं एक प्रॉपर तरीके दे नाल यूज़ कर सकीए, ठीक है। नैक्सट है जी सॉइल, द अपरमोस्ट लेयर ऑफ द अर्थ's crust which is loose, फ्रैगमेंटेड एंड यूजफुल फॉर ग्रोइंग प्लांट्स इज़ कॉल्ड द सॉइल। सॉइल की है राजे? मिट्टी, जिहदे उपर असी मतलब जी जमीन की जी धरती जी बिल्कुल उपरली आउटर मोस्ट लेयर है, ठीक है, जिस दे उपर असी रह रहे हैं, असी एग्रीकल्चर वगैरह करते हैं, प्लांट्स ग्रो करते हैं, है ना, ये सारी की है? सॉइल है। सॉइल इरोजन, द रिमूवल ऑफ सॉइल बाय द फोर्सिस ऑफ नेचर पर्टिकुलरली विंड एंड वाटर। सॉइल इरोजन की है बच्चे? सॉइल की उपर वाली परत का बह जाना, ठीक है। वो किसी भी रीजन करके हो सकती है, या तो फिर वो बहुत ज़्यादा जिमें तुम देखते हो कि जो रेतीला इलाका होंगे जो बहुत मतलब फास्ट विंड चलती है, हनेरी चलती है, या फिर बहुत फास्ट मूविंग वाटर चलता है, तो जी सॉइल की उपर वाली लेयर है वो पानी के नाल खुर जाती है, तो हनेरियां दे विच उपरों उपरों जो रेत वगैरह वो उड़ जाता है, ठीक है। तो इनू असीं की कहने आ? सॉइल इरोजन। अनकल्टिवेबल लैंड, दिस लैंड कैन नॉट बी यूज्ड फॉर कल्टिवेशन। कल्टिवेबल बच्चे बहुत सिंपल है कि जिहड़ी कि कल्टिवेशन के योग नहीं है। शैल्टर बेल्ट्स, रोज ऑफ ट्रीज विच आर प्लांटेड इन बिटवीन द क्रॉप्स आर नोन एज शैल्टर बेल्ट्स। बच्चे की है जिमें असी मतलब किसी लैंड की या कह सकते हैं कि असी अपने खेत के आसे पासे, ठीक है, बाहरली बाउंड्री के उपर ट्रीज़ दियाँ रोज़ लगा देंगे, ठीक है, ताकि जी है मतलब सॉइल इरोजन घट हो सके, ठीक है। तो इस चीज़ में असीं की कहने आ? शैल्टर बेल्ट। रिसोर्सिस, एवरीथिंग अवेलेबल इन आर इन्वायरमेंट विच कैन बी यूज टू सैटिस्फाई आर नीड्स प्रोवाइडेड इट इज़ टेक्नोलॉजिकली असेसिबल, इकनॉमिकली फिजिबल एंड कल्चरली एक्सैप्टेबल कैन बी टर्म्ड एज रिसोर्स। मीनस बच्चे एवरीथिंग जो असी अपने मतलब डेली रूटीन दी लोड़ां नूं पूरियां करन लई यूज़ करते हैं, ठीक है, जो साडे किसी भी काम आ सकती है, साडी किसी लोड़ नूं पूरा करदी है, दैट इज़ रिसोर्स। अंडरस्टैंड। नैक्सट है जी स्टॉक। स्टॉक की है बच्चे? दीज आर द मटीरियल्स in the environment which have the potential
to satisfy the human needs but could not be used as the human beings do not have the appropriate technology। ਸਟਾਕ ਉਹ ਚੀਜ਼ ਹੈ ਬੱਚੇ ਜਿਹੜੀ ਸਾਡੇ ਕੋਲ ਰਿਜ਼ਰਵ ਪਈ ਹੈ, ਠੀਕ ਹੈ, ਜਿਨ੍ਹਾਂ ਦੇ ਵਿੱਚ ਬਹੁਤ ਅੱਛੀ ਪੋਟੈਂਸ਼ੀਅਲ ਪਾਵਰ ਹੈਗੀ ਹੈ, ਲੇਕਿਨ ਲੈਸ ਟੈਕਨੋਲੋਜੀ ਹੋਣ ਕਰਕੇ, ਸਾਨੂੰ ਪ੍ਰੋਪਰ ਟੈਕਨੋਲੋਜੀ ਦੀ ਨੌਲੇਜ ਨਾ ਹੋਣ ਕਰਕੇ ਤਾਂ ਉਸ ਨੂੰ ਅਸੀਂ ਯੂਜ਼ ਨਹੀਂ ਕਰ ਪਾ ਰਹੇ, ਠੀਕ ਹੈ। ਦੈਟ ਇਜ਼ ਸਟਾਕ। ਇੰਡੀਵਿਜੂਅਲ resources which are owned by private individuals are known as individual resources। ਜਿਹੜੇ ਮਤਲਬ ਕਿਸੇ ਇੱਕ ਪਰਸਨ ਦੇ ਅੰਡਰ ਕੰਟਰੋਲ ਦੇ ਵਿੱਚ ਰਿਸੋਰਸਿਸ ਹੈ, ਜਿਵੇਂ ਕਿ ਪਲੋਟਸ, ਫੀਲਡਸ, ਹਾਊਸ, ਕਾਰ, ਬੁੱਕ, ਜਿੰਨੀਆਂ ਚੀਜ਼ਾਂ ਸਾਡੇ ਕੋਲ ਨੇ ਉਹ ਸਾਡੀਆਂ ਚੀਜ਼ਾਂ ਨੇ, ਹੈ ਨਾ। ਤਾਂ ਇਹ ਕੀ ਨੇ? ਇੰਡੀਵਿਜੂਅਲ ਰਿਸੋਰਸਿਸ, ਜਿਹੜੇ ਕਿਸੇ ਇੱਕ ਪਰਸਨ ਦੇ ਅੰਡਰ ਕੰਟਰੋਲ ਦੇ ਵਿੱਚ ਹੈ, ਜਿਹਦੇ ਉੱਤੇ ਹੋਰ ਕਿਸੇ ਗੌਰਮੈਂਟ ਦਾ, ਕਿਸੇ ਸਟੇਟ ਦਾ ਕੋਈ ਕੰਟਰੋਲ ਨਾ ਹੋਵੇ। ਨੈਕਸਟ ਹੈ ਜੀ ਕਮਿਊਨਿਟੀ ਓਨਡ ਰਿਸੋਰਸ। ਬੱਚੇ ਉਹ ਰਿਸੋਰਸਿਸ ਹੈ ਜਿਹੜੇ ਕਿ ਇੱਕ ਕਮਿਊਨਿਟੀ ਦੇ ਸਾਰੇ ਮੈਂਬਰਾਂ ਦੇ ਲਈ ਹੁੰਦੇ ਨੇ, ਠੀਕ ਹੈ। ਦ ਰਿਸੋਰਸਿਸ ਵਿਚ ਆਰ ਅਸੈਸਿਬਲ ਟੂ ਆਲ ਦ ਮੈਂਬਰਸ ਆਫ ਦ ਕਮਿਊਨਿਟੀ ਆਰ ਨੋਨ ਐਜ਼ ਕਮਿਊਨਿਟੀ ਰਿਸੋਰਸਿਸ। ਜਿਵੇਂ ਕਿ ਵਿਲੇਜ ਪੌਂਡ, ਪਬਲਿਕ ਪਾਰਕਸ, ਪਲੇਗਰਾਊਂਡਸ, ਹੈ ਨਾ, ਜਾਂ ਜਿਵੇਂ ਹੌਸਪੀਟਲਸ, ਉਹ ਰਿਸੋਰਸਿਸ ਹੈ ਜਿਹੜੇ ਕਿ ਸਾਰੇ ਆਮ ਪਬਲਿਕ ਦੇ ਲਈ ਹਮੇਸ਼ਾ ਖੁੱਲ੍ਹੇ ਹੁੰਦੇ ਆ, ਹਰ ਬੰਦਾ ਉਹਨਾਂ ਨੂੰ ਯੂਜ਼ ਕਰ ਸਕਦਾ, ਠੀਕ ਹੈ, ਸਾਰਿਆਂ ਲਈ ਹੁੰਦੇ ਆ। ਅੱਗੇ ਹੈ ਜੀ ਨੈਸ਼ਨਲ ਰਿਸੋਰਸਿਸ। all the resources which are under the control of state or union government are known as national resources। national resources ਕਿਹੜੇ ਆ ਬੱਚੇ? ਕਿਸੇ ਵੀ ਕੰਟਰੀ ਦੇ ਉਹ ਸਾਰੇ ਰਿਸੋਰਸਿਸ ਜੋ ਵੀ ਕਿਸੇ ਕੰਟਰੀ ਦੇ ਵਿੱਚ ਪਾਏ ਜਾਂਦੇ ਆ, ਜਿਹੜੇ ਕਿ ਸਟੇਟ ਦੀ ਗੌਰਮੈਂਟ ਦੇ ਜਾਂ ਫਿਰ ਯੂਨੀਅਨ ਗੌਰਮੈਂਟ ਦੇ ਅੰਡਰ ਕੰਟਰੋਲ ਨੇ, ਠੀਕ ਹੈ। all the resources within political boundaries of country are national resources because the government has the power to acquire even private property, for example minerals, water sources, forests and oceanic area up to 22.2 ਕਿਲੋਮੀਟਰ। ਮੀਨਸ ਕਿ ਇਹ ਸਾਰੇ ਰਿਸੋਰਸਿਸ ਜਿਹੜੇ ਕਿਸੇ ਕੰਟਰੀ ਦੀ ਬਾਉਂਡਰੀ ਵਾਲ ਦੇ ਅੰਡਰ ਆਉਂਦੇ ਆ, ਠੀਕ ਹੈ, ਉਹ ਸਾਰੇ ਰਿਸੋਰਸਿਸ ਨੈਸ਼ਨਲ ਨੇ, ਇੱਕ ਕੰਟਰੀ ਦੇ ਅੰਡਰ ਕੰਟਰੋਲ ਦੇ ਵਿੱਚ ਆਉਣ ਵਾਲੇ, ਠੀਕ ਹੈ। ਉਹ ਲੈਂਡ ਬਾਉਂਡਰੀ ਵੀ ਹੈ, ਔਰ ਲੈਂਡ ਬਾਉਂਡਰੀ ਦੇ ਨਾਲ ਨਾਲ ਜਿਹੜਾ ਸਾਡਾ ਕੋਸਟਲ ਏਰੀਆ ਦੇ ਨਾਲ ਸਮੁੰਦਰ ਦਾ ਜਿਹੜਾ ਏਰੀਆ ਹੈ 22.2 ਕਿਲੋਮੀਟਰ ਦਾ, ਉਹ ਵੀ ਉਸ ਕੰਟਰੀ ਦੇ ਅੰਡਰ ਕੰਟਰੋਲ ਵਿੱਚ ਹੁੰਦਾ। ਇਹ ਸਾਰੇ ਜਿਹੜੇ ਰਿਸੋਰਸਿਸ ਹੈ ਉਹ ਨੈਸ਼ਨਲ ਰਿਸੋਰਸਿਸ ਹੈ। ਨੈਕਸਟ ਹੈ ਜੀ ਇੰਟਰਨੈਸ਼ਨਲ ਰਿਸੋਰਸਿਸ। ਥੀਸ ਰਿਸੋਰਸਿਸ ਆਰ ਓਨਡ ਐਂਡ ਰੈਗੂਲੇਟਡ ਬਾਈ ਇੰਟਰਨੈਸ਼ਨਲ ਇੰਸਟੀਟਿਊਸ਼ਨਸ। ਦ ਓਸ਼ੀਐਨਿਕ ਰਿਸੋਰਸਿਸ ਬਿਯੋਂਡ 2000 nautical miles to exclusive economic zone belong to open ocean and no individual country can utilize these without the concurrence of international institutions। ਬੱਚੇ ਕੁਛ ਇੱਦਾਂ ਦੇ ਰਿਸੋਰਸਿਸ ਹੈ ਜਿਨ੍ਹਾਂ ਦੇ ਉੱਤੇ ਕਿਸੇ ਇੱਕ ਕੰਟਰੀ ਦਾ ਕੰਟਰੋਲ ਨਹੀਂ ਹੈ, ਠੀਕ ਹੈ, ਜਿਨ੍ਹਾਂ ਨੂੰ ਕੋਈ ਵੀ ਇੱਕ ਕੰਟਰੀ ਯੂਜ਼ ਨਹੀਂ ਕਰ ਸਕਦਾ। ਇਹ ਕੁਛ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ ਜਿਹੜੀਆਂ ਕਿ ਇਹਨਾਂ ਸਾਰੇ ਰਿਸੋਰਸਿਸ ਨੂੰ ਦੇਖਦੀਆਂ ਨੇ। ਫੋਰ ਐਗਜ਼ਾਮਪਲ ਜਿਵੇਂ ਕਿ ਜਿਹੜਾ ਹੈਗਾ ਓਸ਼ੀਅਨ ਦਾ ਨੀਅਰ ਅਬਾਊਟ 200 ਨਾਟੀਕਲ ਮਾਈਲਸ ਜਿਹੜਾ ਹੈਗਾ ਉਸ ਨੂੰ ਛੱਡ ਕੇ ਬਾਕੀ ਜਿਹੜਾ ਸਮੁੰਦਰ ਦਾ ਅੰਦਰਲਾ ਇਲਾਕਾ ਹੈ, ਠੀਕ ਹੈ, ਕਿਸੇ ਕੰਟਰੀ ਦੇ ਨਾਲ ਲੱਗਦਾ ਇਲਾਕਾ, ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜਿਹੜਾ 200 ਨਾਟੀਕਲ ਮਾਈਲਸ ਦੇ ਅੰਡਰ ਨੀਅਰ ਅਬਾਊਟ ਜਿਹੜਾ ਏਰੀਆ ਹੈ, ਇਹ ਬੱਚੇ ਮੈਜ਼ਰਮੈਂਟ ਦੀ ਯੂਨਿਟ ਹੈ। ਜਿਹੜਾ ਸਮੁੰਦਰ ਦਾ ਏਰੀਆ ਅਸੀਂ ਮੈਜ਼ਰ ਕਰਦੇ ਹਾਂ ਉਸ ਨੂੰ ਨਾਟੀਕਲ ਮਾਈਲਸ ਦੇ ਵਿੱਚ ਕਰਿਆ ਜਾਂਦਾ। ਤਾਂ ਇਹ ਨਾਲ ਨਾਲ ਜਿਹੜਾ ਏਰੀਆ ਹੁੰਦਾ ਉਹ ਕੰਟਰੀ ਦੇ ਅੰਡਰ ਕੰਟਰੋਲ ਹੁੰਦਾ, ਲੇਕਿਨ ਉਸ ਤੋਂ ਬਾਅਦ ਜਿਹੜਾ ਇਲਾਕਾ ਬਾਕੀ ਬਚ ਜਾਂਦਾ ਤਾਂ ਉਹ ਸਾਰਾ ਕਿਸੇ ਵੀ ਕੰਟਰੀ ਦੇ ਅੰਡਰ ਕੰਟਰੋਲ ਨਹੀਂ ਹੈ, ਠੀਕ ਹੈ। ਤਾਂ ਇਹ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੇ ਅੰਦਰ ਆਉਂਦਾ ਹੈ। ਜੇ ਕਿਸੇ ਕੰਟਰੀ ਨੇ ਇਸ ਨੂੰ ਯੂਜ਼ ਕਰਨਾ, ਉਹ ਇਕੱਲਾ ਨਹੀਂ ਕਰ ਸਕਦਾ, ਤਾਂ ਉਹ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੀ ਪਰਮਿਸ਼ਨ ਨਾਲ ਹੀ ਕਰ ਸਕਦਾ। ਨੈਕਸਟ ਹੈ ਜੀ ਪੋਟੈਂਸ਼ੀਅਲ ਰਿਸੋਰਸਿਸ। resources which are found in the region but have not been utilized due to lack of capital or other reasons। ਮੀਨਸ ਕਿ ਉਹ ਰਿਸੋਰਸਿਸ ਜਿਹੜੇ ਕਿਸੇ ਪਰਟੀਕੂਲਰ ਰੀਜ਼ਨ ਦੇ ਵਿੱਚ ਮਿਲਦੇ ਆ, ਠੀਕ ਹੈ, ਬਟ ਉਹ ਪੂਰੀ ਤਰ੍ਹਾਂ ਯੂਟੀਲਾਈਜ਼ ਨਹੀਂ ਕੀਤੇ ਜਾ ਰਹੇ ਕਿਉਂਕਿ ਜਾਂ ਤਾਂ ਉਹਨਾਂ ਕੋਲ ਪ੍ਰੋਪਰ ਕੈਪੀਟਲ ਨਹੀਂ ਹੈ ਜਾਂ ਫਿਰ ਕੋਈ ਹੋਰ ਰੀਜ਼ਨ ਕਰਕੇ ਉਹ ਉਹਨਾਂ ਨੂੰ ਯੂਜ਼ ਨਹੀਂ ਕਰ ਪਾ ਰਹੇ, ਠੀਕ ਹੈ। ਫੋਰ ਐਗਜ਼ਾਮਪਲ ਦ ਵੈਸਟਰਨ ਘਾਟਸ ਆਫ ਇੰਡੀਆ particularly ਰਾਜਸਥਾਨ ਐਂਡ ਗੁਜਰਾਤ have enormous potential for the development of wind। ਇਹ ਉਹ ਏਰੀਆ ਬੱਚੇ ਜਿੱਥੇ ਬਹੁਤ ਤੇਜ਼ ਹਵਾਵਾਂ ਚੱਲਦੀਆਂ ਨੇ, ਇਹਨਾਂ ਕੋਲ ਵਿੰਡ ਪਾਵਰ ਬਹੁਤ ਹੈ ਲੇਕਿਨ ਅਸੀਂ ਉਸ ਨੂੰ ਉਨਾ ਯੂਟੀਲਾਈਜ਼ ਨਹੀਂ ਕਰ ਰਹੇ, ਠੀਕ ਹੈ। ਇਸ ਤਰ੍ਹਾਂ ਰਾਜਸਥਾਨ ਜਿਹੜਾ ਹੈਗਾ ਉੱਥੇ ਤੁਹਾਨੂੰ ਪਤਾ ਸੋਲਰ ਐਨਰਜੀ ਬਹੁਤ ਜ਼ਿਆਦਾ ਹੈ, ਉੱਥੇ ਗਰਮੀ ਬਹੁਤ ਪੈਂਦੀ ਹੈ,
ਤਾਂ ਅਸੀਂ ਉਸ ਨੂੰ ਯੂਜ਼ ਕਰ ਸਕਦੇ ਹਾਂ, ਬਟ ਅਸੀਂ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਕੋਲ ਇੰਨੀ ਜ਼ਿਆਦਾ ਟੈਕਨੋਲੋਜੀ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਪ੍ਰੋਪਰ ਯੂਜ਼ ਕਰ ਸਕੀਏ। ਨੈਕਸਟ ਹੈ ਜੋ developed resources. These are the resources which have been surveyed and their quality and quantity have been determined for utilization. Means ਇਹ ਉਹ resources ਹੈ ਬੱਚੇ ਜਿਨ੍ਹਾਂ ਦੀ ਸਾਨੂੰ ਕੁਆਂਟਿਟੀ ਕੁਆਲਿਟੀ ਹਰ ਚੀਜ਼ ਦਾ ਪਤਾ ਹੈ ਔਰ ਸਾਡੇ ਕੋਲ ਪ੍ਰੋਪਰ ਨੌਲੇਜ ਵੀ ਹੈਗੀ ਹੈ, ਅਸੀਂ ਉਹਨਾਂ ਨੂੰ ਪ੍ਰੋਪਰ ਯੂਜ਼ ਕਰ ਰਹੇ ਹਾਂ। ਠੀਕ ਹੈ। ਦ ਡਿਵੈਲਪਮੈਂਟ ਆਫ ਰਿਸੋਰਸਿਸ ਡਿਪੈਂਡਸ ਅਪॉन ਟੈਕਨੋਲੋਜੀ ਐਂਡ ਲੈਵਲ ਆਫ ਦਾ feasibility. For example, India has a cumulative total of 1564 ਮਿਲੀਅਨ ਟਨਸ ਆਫ ਕੋਲ ਰਿਸੋਰਸਿਸ। ਸਾਡੇ ਕੋਲ ਇੰਨਾ ਕੋਲਾ ਪਿਆ ਹੋਇਆ, ਠੀਕ ਹੈ, ਸਾਨੂੰ ਪਤਾ ਹੈ, ਅਸੀਂ ਇਸ ਨੂੰ ਕੋਲੇ ਨੂੰ ਪ੍ਰੋਪਰ ਯੂਜ਼ ਵੀ ਕਰ ਰਹੇ ਹਾਂ। ਠੀਕ ਹੈ। ਤਾਂ ਇਹ ਕੀ ਨੇ? ਡਿਵੈਲਪਡ ਰਿਸੋਰਸਿਸ ਹੈ ਜਿਨ੍ਹਾਂ ਦੀ ਅਸੀਂ 100% ਯੂਟੀਲਾਈਜੇਸ਼ਨ ਹੈ ਸਾਡੇ ਕੋਲ। ਠੀਕ ਹੈ। ਇਹ ਸੀ ਬੱਚੇ ਤੁਹਾਡੇ ਰਿਸੋਰਸਿਸ। ਪਲੀਜ਼ ਟਰਾਈ ਟੂ ਲਰਨ ਆਲ ਦੀਜ਼ ਥਿੰਗਸ। ਓਕੇ ਬੇਟਾ। Okay.